ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ। ਅੱਜ ਦੀ ਵੀਡੀਓ ਜੀਕੇ ਤੇ ਹਿਸਟਰੀ ਤੇ ਵਿਸ਼ਾ ਹੈ ਜੀ ਲੋਧੀ ਤੇ ਦਾਸ ਵੰਸ਼। ਜੋ ਪੀਟੈਟ, ਪੰਜਾਬ ਪੁਲਿਸ, ਕੋਆਪਰੇਟਿਵ ਬੈਂਕ, ਮਾਸਟਰ ਕੈਡਰ, ਕਲਰਕ ਆਦਿ ਪ੍ਰੀਖਿਆਵਾਂ ਵਿੱਚ ਇਸ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ। ਖਾਸ ਤੌਰ ਤੇ ਪੀਟੈਟ ਤੇ ਮਾਸਟਰ ਕੈਡਰ ਹਿਸਟਰੀ ਦੇ ਵਿੱਚ ਇਸ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ। SST ਵਿੱਚ ਲੋਧੀ ਰਾਜਵੰਸ਼, ਇਸ ਦਾ ਸਮਾਂ ਸੀ 1451 ਤੋਂ 1526 ਈਸਵੀ ਤੱਕ। ਲੋਧੀ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਜੀ? ਬਹਿਲੋਲ ਲੋਧੀ। ਤੇ ਦਿੱਲੀ ਉਤੇ ਕਬਜ਼ਾ ਕਰ ਲੈਣ ਵਾਲਾ ਪਹਿਲਾ ਅਫਗਾਨ ਰਾਜਵੰਸ਼ ਕਿਹੜਾ ਸੀ? ਲੋਧੀ ਰਾਜਵੰਸ਼ ਸੀ। ਲੋਧੀ ਰਾਜਵੰਸ਼ ਦਾ ਸਮਾਂ। ਲੋਧੀ ਖਾਨਦਾਨ ਦਾ ਸਭ ਤੋਂ ਵਧੀਆ ਸ਼ਾਸਕ ਕਿਹੜਾ ਹੋਇਆ ਹੈ ਜੀ? ਸਿਕੰਦ ਲੋਧੀ। ਤੇ ਗਜੇ ਸਿਕੰਦਰੀ ਪੈਮਾਨੇ ਦੀ ਸ਼ੁਰੂਆਤ ਕਿਸਨੇ ਕੀਤੀ? ਸਿਕੰਦਰ ਲੋਧੀ ਨੇ ਕੀਤੀ। ਲੋਧੀ ਖਾਨਦਾਨ ਦਾ ਸਭ ਤੋਂ ਵਧੀਆ ਸ਼ਾਸਕ ਸੀ ਜਿਸ ਨੇ ਗਜੇ ਸਿਕੰਦਰੀ ਇੱਕ ਪੈਮਾਨਾ ਬਣਾਇਆ। ਇਸ ਪੈਮਾਨੇ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਸੀ? ਗਜੇ ਸਿਕੰਦਰੀ ਪੈਮਾਨਾ ਜ਼ਮੀਨ ਦੇ ਮਾਪ ਲਈ ਵਰਤਿਆ ਜਾਂਦਾ ਸੀ, ਜ਼ਮੀਨ ਦੇ ਮਾਪਣ ਲਈ। ਆਗਰਾ ਸ਼ਹਿਰ ਦੀ ਸਥਾਪਨਾ ਸਿਕੰਦ ਲੋਧੀ ਨੇ ਕੀਤੀ। ਜ਼ਮੀਨ ਨੂੰ ਉਸ ਸਮੇਂ ਮਾਪਣ ਦੇ ਲਈ ਇੱਕ ਇਕਾਈ ਬਣਾਈ ਗਈ, ਇੱਕ ਪੈਮਾਨਾ ਬਣਾਇਆ ਗਿਆ ਜਿਸ ਨੂੰ ਗਜੇ ਸਿਕੰਦਰੀ ਕਿਹਾ ਜਾਂਦਾ ਸੀ। ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਆਗਰਾ ਸ਼ਹਿਰ ਦੀ ਸਥਾਪਨਾ 1504 ਈਸਵੀ ਦੇ ਵਿੱਚ ਹੋਈ ਤੇ ਆਗਰਾ ਨੂੰ ਦਿੱਲੀ ਦੀ ਰਾਜਧਾਨੀ 1506 ਈਸਵੀ ਵਿੱਚ ਬਣਾਇਆ ਗਿਆ। ਆਗਰਾ ਸ਼ਹਿਰ 1504 ਵਿੱਚ ਸਥਾਪਿਤ ਹੋਇਆ ਤੇ ਇਸ ਨੂੰ ਦਿੱਲੀ ਦੀ ਰਾਜਧਾਨੀ 1506 ਈਸਵੀ ਵਿੱਚ ਬਣਾਇਆ ਗਿਆ। ਇੰਪੋਰਟੈਂਟ ਕੁਐਸਚਨ ਹੈ ਜੀ। ਸਿਕੰਦਰ ਲੋਧੀ ਨੇ ਕਵਿਤਾਵਾਂ ਗੁਲਰੁਖੀ ਨਾਂ ਹੇਠ ਲਿਖੀਆਂ ਤੇ ਲੋਧੀ ਵੰਸ਼ ਦਾ ਆਖਰੀ ਸ਼ਾਸਕ ਇਬਰਾਹਿਮ ਲੋਧੀ ਸੀ। ਲੋਧੀ ਵੰਸ਼ ਦਾ ਆਖਰੀ ਸ਼ਾਸਕ ਕਿਹੜਾ ਸੀ ਜੀ? ਇਬਰਾਹਿਮ ਲੋਧੀ ਸੀ। ਉਸ ਤੋਂ ਬਾਅਦ ਲੋਧੀ ਵੰਸ਼ ਦਾ ਜੋ ਹੈ ਅੰਤ ਹੋ ਜਾਂਦਾ ਹੈ। ਤਾਂ ਲੋਧੀ ਵੰਸ਼ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ। ਕੁਤਬੁਦੀਨ ਐਬਕ ਭਾਵ ਦਾਸ ਵੰਸ਼ ਨਾਲ ਸੰਬੰਧਿਤ ਪ੍ਰਸ਼ਨ ਕਰਦੇ ਹਾਂ। ਕੁਤਬੁਦੀਨ ਐਬਕ ਦਾ ਸਮਾਂ 1206 ਤੋਂ 1210 ਈਸਵੀ ਤੱਕ ਦਾ ਹੈ। ਕੁਤਬੁਦੀਨ ਐਬਕ ਮੁਹੰਮਦ ਗੋਰੀ ਦਾ ਗੁਲਾਮ ਸੀ ਤੇ ਭਾਰਤ ਵਿੱਚ ਗੁਲਾਮ ਰਾਜਵੰਸ਼ ਦੀ ਸਥਾਪਨਾ ਕੁਤਬੁਦੀਨ ਐਬਕ ਨੇ ਕੀਤੀ। ਦਾਸ ਤੇ ਗੁਲਾਮ ਰਾਜਵੰਸ਼ ਦੀ ਸਥਾਪਨਾ ਕੁਤਬੁਦੀਨ ਐਬਕ ਨੇ ਭਾਰਤ ਵਿੱਚ ਕੀਤੀ ਜੋ ਮੁਹੰਮਦ ਗੋਰੀ ਦਾ ਇੱਕ ਗੁਲਾਮ ਸੀ। ਮੱਧਕਾਲੀ ਯੁੱਗ ਦੌਰਾਨ ਭਾਰਤ ਵਿੱਚ ਤੁਗਲ ਰਾਜ ਦਾ ਅਸਲ ਸੰਸਥਾਪਕ ਕੌਣ ਸੀ? ਕੁਤਬੁਦੀਨ ਐਬਕ। ਤੇ ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਕੁਤਬੁਦੀਨ ਐਬਕ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਦਾਸ ਵੰਸ਼ ਦੀ ਗੱਲ ਕਰ ਰਹੇ ਹਾਂ। ਇਸ ਦਾ ਸੰਸਥਾਪਕ ਜੋ ਹੈ ਕੁਤਬੁਦੀਨ ਐਬਕ ਸੀ ਜੋ ਕਿ ਦਿੱਲੀ ਸਲਤਨਤ ਦਾ ਦਾਸ ਵੰਸ਼ ਨਾਲ ਸੰਬੰਧਿਤ ਪਹਿਲਾ ਜੋ ਸ਼ਾਸਕ ਸੀ ਤੇ ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਕੁਤਬੁਦੀਨ ਐਬਕ ਇੱਕ ਕਲਾ ਪ੍ਰੇਮੀ ਸੀ ਤੇ ਕੁਤਬੁਦੀਨ ਐਬਕ ਨੇ ਦਿੱਲੀ ਤੇ ਅਜਮੇਰ ਵਿੱਚ ਕੀ ਬਣਵਾਈਆਂ? ਮਸਜਿਦਾਂ ਬਣਵਾਈਆਂ। ਕੁਤਬੁਦੀਨ ਐਬਕ ਨੇ ਕੁਤਬ ਮੀਨਾਰ ਦੀ ਉਸਾਰੀ ਸ਼ੁਰੂ ਕਰ ਦਿੱਤੀ। ਕੁਤਬ ਮੀਨਾਰ ਕਿਸਨੇ ਬਣਵਾਇਆ? ਕੁਤਬੁਦੀਨ ਐਬਕ ਨੇ ਇਸ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇੰਪੋਰਟੈਂਟ ਕੁਐਸਚਨ ਹੈ ਜੀ। ਆਪਣੀਆਂ ਕਾਪੀਆਂ ਤੇ ਨੋਟ ਕਰੀ ਚੱਲੋ ਤੇ ਇਸ ਨੂੰ ਯਾਦ ਕਰਕੇ ਪ੍ਰੀਖਿਆ 'ਚ ਸਫਲਤਾ ਪ੍ਰਾਪਤ ਕਰੋ। 1210 ਈਸਵੀ ਦੇ ਵਿੱਚ ਅਚਾਨਕ ਘੋੜੇ ਤੋਂ ਡਿੱਗ ਗਿਆ ਜਿਸ ਕਰਕੇ ਕੁਤਬੁਦੀਨ ਐਬਕ ਦੀ ਮੌਤ ਹੋ ਗਈ। ਤਾਂ ਕੁਤਬੁਦੀਨ ਐਬਕ ਦੀ ਮੌਤ ਕਿਵੇਂ ਹੋਈ? ਘੋੜੇ ਤੋਂ ਡਿੱਗਣ ਕਰਕੇ। ਕਦੋਂ ਹੋਈ? 1210 ਈਸਵੀ ਵਿੱਚ ਹੋਈ। ਕੁਤਬੁਦੀਨ ਐਬਕ ਨੇ ਇਲਤੁਤਮਿਸ਼ ਦੀ ਯੋਗਤਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਮੀਰੇ ਸ਼ਿਕਾਰ ਦੇ ਪਦ ਤੇ ਨਿਯੁਕਤ ਕੀਤਾ ਤੇ ਬਾਅਦ ਵਿੱਚ ਇਲਤੁਤਮਿਸ਼ ਨੂੰ ਆਪਣਾ ਜਵਾਈ ਬਣਾ ਲਿਆ।
ਬਾਅਦ ਵਿੱਚ ਉਸਨੂੰ ਨੇ ਆਪਣਾ ਜਵਾਈ ਬਣਾ ਲਿਆ। ਅਮੀਰੇ ਸ਼ਿਕਾਰ ਦੇ ਪਦ ਤੇ ਉਸਨੂੰ ਨਿਯੁਕਤ ਕੀਤਾ ਗਿਆ। ਕੁਤਬੁਦੀਨ ਐਬਕ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਆਰਾਮ ਸ਼ਾਹ ਦਿੱਲੀ ਦਾ ਸ਼ਾਸਕ ਬਣਿਆ, ਜੋ ਕਿ ਇੱਕ ਅਯੋਗ ਸ਼ਾਸਕ ਸੀ। ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਮਾਰਤਾ ਤੇ 1211 ਈਸਵੀ 'ਚ ਉਹ ਦਿੱਲੀ ਦਾ ਕੀ ਬਣ ਗਿਆ? ਸ਼ਾਸਕ ਬਣ ਗਿਆ। ਇੰਪੋਰਟੈਂਟ ਕੁਐਸਚਨ ਹੈ ਜੀ, ਕੁਤਬੁਦੀਨ ਐਬਕ ਦੇ ਪੁੱਤਰ ਦਾ ਕੀ ਨਾਂ ਸੀ? ਆਰਾਮ ਸ਼ਾਹ, ਤੇ ਅਯੋਗ ਸ਼ਾਸਕ ਸੀ ਉਹ। ਤੇ ਉਸ ਤੋਂ ਬਾਅਦ ਇਲਤੁਤਮਿਸ਼ ਦਿੱਲੀ ਦਾ ਸ਼ਾਸਕ ਬਣਿਆ ਤੇ 1221 ਈਸਵੀ ਵਿੱਚ ਇਲਤੁਤਮਿਸ਼ ਨੇ ਚੰਗੇਜ਼ ਖਾਂ ਦੀ ਅਗਵਾਈ ਹੇਠ ਭਾਰਤ ਨੂੰ ਮੰਗੋਲ ਹਮਲੇ ਤੋਂ ਬਚਾਇਆ। ਚੰਗੇਜ਼ ਖਾਨ ਦੀ ਅਗਵਾਈ ਹੇਠ ਭਾਰਤ ਨੂੰ ਕਿਸ ਤੋਂ ਬਚਾਇਆ? ਮੰਗੋਲ ਹਮਲੇ ਤੋਂ। ਇਲਤੁਤਮਿਸ਼ ਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ। ਇਸ ਨੂੰ ਕੀ ਕਹਿੰਦੇ ਸੀ? ਚਾਲੀਸਾ ਕਿਹਾ ਜਾਂਦਾ ਸੀ। ਤੇ ਇਲਤੁਤਮਿਸ਼ ਦੀ ਪੁੱਤਰੀ ਦਾ ਕੀ ਨਾਂ ਸੀ? ਰਜ਼ੀਆ ਸੁਲਤਾਨ ਸੀ। ਇੰਪੋਰਟੈਂਟ ਕੁਐਸਚਨ ਹੈ ਜੀ। ਚਾਲੀਸਾ ਦੀ ਸਥਾਪਨਾ ਇਲਤੁਤਮਿਸ਼ ਨੇ ਕੀਤੀ ਆਪਣਾ ਰਾਜ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ, ਤੇ ਉਸ ਦੀ ਪੁੱਤਰੀ ਦਾ ਨਾਂ ਰਜ਼ੀਆ ਸੁਲਤਾਨ। ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਰਜ਼ੀਆ ਸੁਲਤਾਨ ਦਿੱਲੀ ਦੀ ਸਲਤਨਤ ਦੀ ਸ਼ਾਸਕ ਬਣੀ। ਰਜ਼ੀਆ ਸੁਲਤਾਨ ਨੇ 1236 ਤੋਂ 1240 ਈਸਵੀ ਤੱਕ ਰਾਜ ਕੀਤਾ, ਤੇ ਉਸ ਸਮੇਂ ਪਸੰਦ ਨਹੀਂ ਸੀ ਕੀਤਾ ਜਾਂਦਾ ਕਿ ਇੱਕ ਇਸਤਰੀ ਰਾਜ ਕਰੇ, ਸੋ 1240 ਈਸਵੀ ਵਿੱਚ ਉਸ ਨੂੰ ਮਾਰ ਦਿੱਤਾ ਗਿਆ। ਰਜ਼ੀਆ ਸੁਲਤਾਨਾ ਦੀ ਮੌਤ ਕਦੋਂ ਹੋਈ? 1240। ਉਸ ਦਾ ਸ਼ਾਸਨ ਕਾਲ 1236 ਤੋਂ 1240। ਰਜ਼ੀਆ ਸੁਲਤਾਨ ਦੇ ਪਿੱਛੋਂ ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਸ਼ਾਹ ਅਤੇ ਨਸੀਰ ਉਦੀਨ ਆਦਿ ਕਈ ਅਯੋਗ ਸ਼ਾਸਕ ਸੱਤਾ ਵਿੱਚ ਆਏ। ਇਹ ਸਾਰੇ ਹੀ ਅਯੋਗ ਸ਼ਾਸਕ ਸਨ ਜੋ ਸ਼ਾਸਨ ਦੀ ਬਾਗਡੋਰ ਨਾ ਸੰਭਾਲ ਸਕੇ। ਨਸੀਰ ਉਦੀਨ ਦੀ ਮੌਤ ਦੇ ਪਿੱਛੋਂ 1266 ਈਸਵੀ ਵਿੱਚ ਗਿਆਸੁਦੀਨ ਬਲਬਨ ਨੇ ਆਪਣੇ ਆਪ ਨੂੰ ਦਿੱਲੀ ਦਾ ਸ਼ਾਸਕ ਘੋਸ਼ਿਤ ਕਰ ਦਿੱਤਾ। 1266 'ਚ ਦਿੱਲੀ ਦਾ ਸ਼ਾਸਕ ਕੌਣ ਬਣਿਆ? ਗਿਆਸੁਦੀਨ ਬਲਬਨ। ਗਿਆਸੁਦੀਨ ਬਲਬਨ ਨੇ ਮੁਗਲਾਂ ਦੇ ਵਿਰੁੱਧ ਇੱਕ ਕਠੋਰ ਨੀਤੀ ਅਪਣਾਈ, ਜਿਸ ਨੂੰ ਲਹੂ ਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਹੈ। ਤੇ 1286 ਦੇ ਵਿੱਚ ਗਿਆਸੁਦੀਨ ਬਲਬਨ ਦੀ ਮੌਤ ਹੋ ਗਈ। ਗਿਆਸੁਦੀਨ ਬਲਬਨ ਦੀ ਮੌਤ ਕਦੋਂ ਹੋਈ ਸੀ? 1286 ਈਸਵੀ ਦੇ ਵਿੱਚ ਹੋ ਗਈ। ਲਹੂ ਤੇ ਲੋਹੇ ਦੀ ਨੀਤੀ ਕਿਸ ਨੇ ਅਪਣਾਈ? ਗਿਆਸੁਦੀਨ ਬਲਬਨ ਨੇ ਅਪਣਾਈ। ਬੜੇ ਇੰਪੋਰਟੈਂਟ ਕੁਐਸਚਨ ਨੇ। ਉਸ ਦੇ ਉੱਤਰਾਧਿਕਾਰੀ ਅਯੋਗ ਤੇ ਕਮਜ਼ੋਰ ਹੋਣ ਕਰਕੇ ਜਲਾਲ ਉਦੀਨ ਖਿਲਜੀ ਦਿੱਲੀ ਦੀ ਗੱਦੀ ਤੇ ਬੈਠਾ, ਤੇ ਇਸ ਤਰ੍ਹਾਂ ਦਾਸ ਵੰਸ਼ ਦਾ ਜੋ ਹੈ ਅੰਤ ਹੋ ਗਿਆ। ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਲੋਧੀ ਵੰਸ਼ ਤੇ ਇਸ ਦੇ ਨਾਲ ਨਾਲ ਦਾਸ ਵੰਸ਼ ਦੇ ਬਾਰੇ ਮਹੱਤਵਪੂਰਨ ਪ੍ਰਸ਼ਨ ਕਰਵਾਏ ਨੇ। ਪ੍ਰਸ਼ਨ ਸਾਰੇ ਹੀ ਮਹੱਤਵਪੂਰਨ ਨੇ, ਤੁਸੀਂ ਆਪਣੀ ਕਾਪੀ 'ਤੇ ਨੋਟ ਕਰਨੇ ਨੇ, ਯਾਦ ਕਰਨੇ ਨੇ ਤੇ ਆਪਣੀ ਪ੍ਰੀਖਿਆ ਨੂੰ ਪਾਸ ਕਰਨਾ ਹੈ। ਇਸ ਤੋਂ ਇਲਾਵਾ ਹੋਰ ਇਸ ਤਰ੍ਹਾਂ ਦੇ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ, ਕਰੰਟ ਅਫੇਅਰ, ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਇਸ ਚੈਨਲ 'ਤੇ ਮੈਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਹੀ ਕਰਾ ਰਹੀ ਹਾਂ, ਉਹ ਭਾਵੇਂ ਜਨਰਲ ਨੌਲੇਜ ਹੈ, ਕਰੰਟ ਅਫੇਅਰ ਹੈ ਜਾਂ ਪੰਜਾਬੀ। ਇਸ ਤੋਂ ਇਲਾਵਾ ਫੇਸਬੁੱਕ 'ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ 'ਤੇ ਚੱਲ ਰਿਹਾ ਹੈ। ਇਸ ਪੇਜ 'ਤੇ ਵੀ ਤੁਹਾਡੀ ਪ੍ਰੀਖਿਆ ਨਾਲ ਸੰਬੰਧਿਤ ਕਾਫੀ ਮਟੀਰੀਅਲ ਹੈ, ਉਸ ਨੂੰ ਲਾਈਕ, ਫੋਲੋ ਅਤੇ ਸ਼ੇਅਰ ਜ਼ਰੂਰ ਕਰੋ।